topic is kinds of pollination. Depending on the source of pollen, pollination can be divided into three types. Source of pollen मतलब ਜਿਹੜਾ pollen ਹੈ ਉਹ same flower ਤੋਂ ਆ ਰਿਹਾ ਜਾਂ same plant ਦੇ ਦੂਜੇ flower ਤੋਂ ਆ ਰਿਹਾ ਜਾਂ ਦੋ ਡਿਫਰੈਂਟ ਫਲਾਵਰਸ ਤੋਂ ਆ ਰਿਹਾ pollen, ਠੀਕ ਹੈ, ਦੋ ਡਿਫਰੈਂਟ ਪਲਾਂਟਸ ਦੇ ਡਿਫਰੈਂਟ ਫਲਾਵਰਸ ਤੋਂ ਆ ਰਿਹਾ ਹੈਗਾ। ਤਾਂ ਉਹਦੇ ਡਿਪੈਂਡ ਕਰਦੇ ਹੋਏ ਤਿੰਨ ਟਾਈਪਸ ਆਫ ਪੋਲੀਨੇਸ਼ਨ ਆਪਾਂ ਨੂੰ ਦੇਖਣ ਨੂੰ ਮਿਲਦੀ ਆ। ਫਸਟ ਹੈਗੀ ਕਿ ਆਟੋਗੈਮੀ। ਇਨ ਦਿਸ ਟਾਈਪ ਪੋਲੀਨੇਸ਼ਨ ਇਜ਼ ਅਚੀਵ ਵਿਦਿਨ ਦ ਸੇਮ ਫਲਾਵਰ। ਆਟੋਗੈਮੀ ਦੇ ਵਿੱਚ ਸੇਮ ਫਲਾਵਰ ਦੇ ਵਿੱਚ ਹੀ ਪੋਲੀਨੇਸ਼ਨ ਹੁੰਦੀ ਆ। ਮਤਲਬ ਆ ਇੱਕ ਫਲਾਵਰ ਆ, ਉਹੀ ਫਲਾਵਰ ਦਾ ਐਂਥਰ, ਉਹੀ ਫਲਾਵਰ ਦੇ ਸਟਿਗਮਾ, ਠੀਕ ਹੈ, ਉਹ ਐਂਥਰ ਜੋ ਪੋਲਨ ਜਿਹੜਾ ਹੈ ਉਹੀ ਫਲਾਵਰ ਦੇ ਸਟਿਗਮਾ ਦੇ ਉੱਪਰ ਜਾਂਦਾ, ਮਤਲਬ ਵਿਦਿਨ ਦ ਸੇਮ ਫਲਾਵਰ ਸਾਰਾ ਪ੍ਰੋਸੈਸ ਹੋ ਜਾਂਦਾ। ਟ੍ਰਾਂਸਫਰ ਆਫ ਪੋਲਨ ਗ੍ਰੇਨਸ ਫਰੋਮ ਦ ਐਂਥਰ ਟੂ ਦ ਸਟਿਗਮਾ ਆਫ ਦ ਸੇਮ ਫਲਾਵਰ, ਠੀਕ ਹੈ। Pollen grain, the transfer from the anther of the same flower to the stigma of the same flower is called as the autogamy. In a normal flower which opens and exposes the anthers and the stigma, complete autogamy is rather rare. ਕਿਉਂਕਿ ਦੇਖੋ ਫਲਾਵਰ ਆ ਤਾਂ ਉਹਦਾ ਐਂਥਰ ਆ ਅਤੇ ਉਹਦਾ ਸਟਿਗਮਾ, ਤਾਂ ਹਵਾ ਜਾਂ ਵਗੈਰਾ ਨਾਲ ਜੋ ਵੀ ਫੈਕਟਰ ਆ ਨਾ ਉਹਦੇ ਨਾਲ ਮੋਰ ਪ੍ਰੋਬੇਬਿਲਿਟੀ ਇਹ ਹੁੰਦੀ ਆ ਕਿ ਜਿਹੜਾ ਇਹ ਪੋਲਨ ਆ ਦੂਜੇ ਫਲਾਵਰ ਦੇ ਸਟਿਗਮਾ ਦੇ ਕੋਲ ਜਾਵੇ, ਠੀਕ ਹੈ। ਅਤੇ ਪਲਾਂਟ ਵੀ ਇਹੀ ਚਾਹੁੰਦਾ ਹੁੰਦਾ ਹੈਗਾ। ਕਿਉਂ ਚਾਹੁੰਦਾ ਹੁੰਦਾ? ਕਿਉਂਕਿ ਆਟੋਗੈਮੀ ਦੇ ਕੁਝ ਡਰਾਬੈਕਸ ਲਿਮਿਟੇਸ਼ਨਸ ਹੁੰਦੀਆਂ ਨੇ, ਇਸ ਕਰਕੇ ਆਪਾਂ ਪੜ੍ਹਾਂਗੇ ਅੱਗੇ। ਆਟੋਗੈਮੀ ਇਨ ਸਚ ਫਲਾਵਰਸ ਰਿਕੁਆਇਰ ਸਿੰਕਰੋਨੀ ਇਨ ਪੋਲਨ ਰਿਲੀਜ਼ ਐਂਡ ਸਟਿਗਮਾ ਰਿਸੈਪਟਿਵਿਟੀ, ਠੀਕ ਹੈ। ਪਰ ਜੇ ਇੱਕ ਓਪਨਿੰਗ ਫਲਾਵਰ ਦੇ ਵਿੱਚ, ਮਤਲਬ ਇੱਕ ਜਿਹੜਾ ਫਲਾਵਰ ਖੁੱਲ੍ਹਦਾ ਹੈ ਨਾ ਜਿਹਦੇ ਵਿੱਚ ਸਟਿਗਮਾ ਅਤੇ ਅੰਦਰ ਐਕਸਪੋਜ਼ ਹੁੰਦੇ ਆ, ਉਹੋ ਜਿਹੇ ਫਲਾਵਰ ਦੇ ਵਿੱਚ ਜਿਹੜੀ ਆਟੋਗੈਮੀ ਆ ਉਹਦੇ ਵਾਸਤੇ ਨਾ ਕੀ ਆ, ਪੋਲਨ ਰਿਲੀਜ਼ ਅਤੇ ਸਟਿਗਮਾ ਰਿਸੈਪਟਿਵਿਟੀ ਦੇ ਵਿੱਚ ਸਿੰਕਰੋਨੀ ਹੋਣੀ ਚਾਹੀਦੀ ਆ। ਮਤਲਬ ਜਦੋਂ ਪੋਲਨ ਰਿਲੀਜ਼ ਹੋਵੇ ਤਾਂ ਉਦੋਂ ਸਟਿਗਮਾ ਕੀ ਹੈ, ਰਿਸੈਪਟਿਵ ਹੋਣਾ ਚਾਹੀਦਾ। ਸਟਿਗਮਾ ਰਿਸੈਪਟਿਵ ਹੋਣਾ ਚਾਹੀਦਾ ਮਤਲਬ ਉਹ ਪੋਲਨ ਨੂੰ ਅਸੈਪਟ ਕਰੇ, ਹੈ ਨਾ। ਜਿਹੜੇ ਕੈਮੀਕਲ ਕੋਆਰਡੀਨੇਸ਼ਨ ਹੁੰਦੀਆਂ ਨੇ ਸਟਿਗਮਾ ਅਤੇ ਪੋਲਨ ਦੇ ਵਿੱਚ ਉਹ ਹੋਣ, ਠੀਕ ਹੈ। ਮਤਲਬ ਉਹ ਮੈਚਿਓਰ ਹੋਣਾ ਚਾਹੀਦਾ, ਜਵਾਕ ਨਹੀਂ ਹੋਣਾ ਚਾਹੀਦਾ, ਹੈ ਨਾ। ਉਹਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਬਾਰੇ ਕਿ ਇੱਦਾਂ ਕੁਛ ਮੈਂ ਕਰਨਾ ਗਾ, ਠੀਕ ਹੈ। ਉਹ ਸਮਝ ਆ ਗਿਆ ਹੋਣਾ ਤੁਹਾਨੂੰ। ਐਂਡ ਆਲਸੋ ਦ ਐਂਥਰਸ ਐਂਡ ਸਟਿਗਮਾ ਸ਼ੁੱਡ ਲਾਈ ਕਲੋਜ਼ ਟੂ ਈਚ ਅਦਰ, ਠੀਕ ਹੈ। ਨਾਲੇ ਐਂਥਰ ਅਤੇ ਸਟਿਗਮਾ ਇੱਕ ਦੂਸਰੇ ਦੇ ਕੋਲੇ ਹੋਣੇ ਚਾਹੀਦੇ ਆ, ਤਾਂ ਹੀ ਤਾਂ ਐਂਥਰ ਤੋਂ ਸਟਿਗਮਾ ਤੱਕ ਪੋਲਨ ਜਾਊਗਾ। ਸੋ ਦੈਟ ਸੈਲਫ ਪੋਲੀਨੇਸ਼ਨ ਕੈਨ ਕਰ, ਤਾਂ ਕਰਕੇ ਸੈਲਫ ਪੋਲੀਨੇਸ਼ਨ ਹੋ ਸਕੇ, ਤਾਂ ਕਰਕੇ ਯੈਸ ਐਂਥਰ ਸਟਿਗਮਾ ਨੇੜੇ ਹੋਣੇ ਚਾਹੀਦੇ ਆ। ਸਮ ਪਲਾਂਟਸ ਸਚ ਐਜ਼ ਵਾਈਲਾ, ਔਕਜ਼ੈਲਿਸ ਐਂਡ ਕਾਮਲੀਨਾ। ਵਾਈਲਾ ਦਾ ਕਾਮਨ ਨੇਮ ਕੀ ਹੈਗਾ? ਕਾਮਨ ਪੈਂਸੀ, ਠੀਕ ਹੈ। ਕੁਛ ਪਲਾਂਟ ਜਿਵੇਂ ਕਿ ਵਾਈਲਾ ਹੋ ਗਿਆ, ਠੀਕ ਹੈ, ਵਾਈਲਾ, ਔਕਜ਼ੈਲਿਸ ਹੋ ਗਿਆ, ਕਾਮਲੀਨਾ ਹੋ ਗਿਆ। ਇਹ ਕੀ ਆ, ਟੂ ਟਾਈਪਸ ਆਫ ਫਲਾਵਰਸ ਬਣਾਉਂਦੇ ਆ। ਹੁਣ ਤੁਹਾਨੂੰ ਕੁਐਸਚਨ ਪੁੱਛ ਲੈਣਗੇ ਕਿ ਕਾਮਨ ਪੈਂਸੀ ਨਾ ਕਿਹਦਾ ਕਾਮਨ ਨੇਮ ਆ? ਕਾਮਨ ਪੈਂਸੀ, ਉੱਥੇ ਤੁਹਾਨੂੰ ਆਪਸ਼ਨ 'ਚ ਦੇ ਦੇਣਗੇ ਕਾਮਲੀਨਾ, ਵਾਈਲਾ, ਉੱਥੇ ਮੋਸਟ ਆਫ ਸਟੂਡੈਂਟਸ ਕਾਮਲੀਨਾ ਲੈ ਕੇ ਆਉਣਗੇ। ਤਾਂ ਨਾਲ ਪੜ੍ਹੋ ਵਾਈਲਾ ਦਾ ਨਾਮ ਕਾਮਨ ਪੈਂਸੀ, ਕਾਮਲੀਨਾ ਕਿਉਂ ਲੈ ਕੇ ਆਉਣਗੇ? ਕਿਉਂਕਿ ਤੁਹਾਨੂੰ ਲੱਗੂਗਾ ਕਾਮਲੀਨਾ ਕਾਮਨ ਪੈਂਸੀ ਸਿਮਿਲਰ, ਇੱਦਾਂ ਨਹੀਂ ਕਰਨਾ ਹੁੰਦਾ, ਠੀਕ ਹੈ। ਦੋ ਟਾਈਪਸ ਆਫ ਫਲਾਵਰਸ ਪ੍ਰੋਡਿਊਸ ਕਰਦੇ ਨੇ ਪਲਾਂਟਸ, ਵਾਈਲਾ, ਕਾਮਨ ਪੈਂਸੀ, ਵਾਈਲਾ, ਔਕਜ਼ੈਲਿਸ ਅਤੇ ਕਾਮਲੀਨਾ। ਇੱਕ ਹੈਗਾ ਕੈਸਮੋਗੈਮਸ ਫਲਾਵਰਸ ਅਤੇ ਇੱਕ ਹੈਗੇ ਨੇ ਕਲੈਸਟੋਗੈਮਸ ਫਲਾਵਰਸ। ਜਿਹੜੇ ਕੈਸਮੋਗੈਮਸ ਫਲਾਵਰਸ ਹੁੰਦੇ ਆ ਉਹ ਬਾਕੀ ਸਪੀਸ਼ੀਜ਼ ਨਾਲ ਸਿਮਿਲਰ ਹੀ ਹੁੰਦੇ ਆ, ਮਤਲਬ ਜਿਹੜੇ ਖੁੱਲ੍ਹਦੇ ਆ, ਜਿਨ੍ਹਾਂ ਦੇ ਐਂਥਰ ਐਕਸਪੋਜ਼ ਹੁੰਦੇ ਆ, ਉਹਨਾਂ ਨੂੰ ਕੈਸਮੋਗੈਮਸ ਫਲਾਵਰਸ ਕਿਹਾ ਜਾਂਦਾ ਹੈਗਾ। ਕੈਸਮੋਗੈਮਸ ਫਲਾਵਰਸ ਵਿਚ ਆਰ ਸਿਮਿਲਰ ਟੂ ਦ ਫਲਾਵਰਸ ਆਫ ਦ ਅਦਰ ਸਪੀਸ਼ੀਜ਼ ਵਿਦ ਐਕਸਪੋਜ਼ਡ ਐਂਥਰਸ ਐਂਡ ਸਟਿਗਮਾ, ਠੀਕ ਹੈ। ਅਤੇ ਕਲਿਸਟੋਗੈਮਸ ਫਲਾਵਰਸ ਵਿੱਚ ਡੂ ਨਾਟ ਓਪਨ, ਜਿਹੜੇ ਕਲਿਸਟੋਗੈਮਸ ਫਲਾਵਰਸ ਨੇ ਉਹ ਖੁੱਲ੍ਹਦੇ ਨਹੀਂ ਹੈਗੇ, ਠੀਕ ਹੈ। ਉਹਨਾਂ ਦੇ ਵਿੱਚ ਜਿਹੜੇ ਐਂਥਰਸ ਅਤੇ ਸਟਿਗਮਾ ਹੈ ਕਾਫੀ ਨੇੜੇ ਰਹਿੰਦੇ ਨੇ। In such flowers, the anthers and the stigma lie close to each other. When anthers dehisce in the flower buds, pollen grains come in contact with the stigma to effect pollination. ਜਦੋਂ ਐਂਥਰ ਡਿਹਾਈਸ ਹੁੰਦਾ, ਮਤਲਬ ਜਦੋਂ ਐਂਥਰ ਖੁੱਲ੍ਹਦਾ ਹੈਗਾ ਤਾਂ ਜਿਹੜੇ ਫਲਾਵਰ ਬਰਡਸ ਹੁੰਦੇ ਆ, ਠੀਕ ਹੈ, ਤਾਂ ਸੋਰੀ ਜਦੋਂ ਐਂਥਰ ਖੁੱਲ੍ਹਦਾ ਹੈਗਾ ਫਲਾਵਰ ਬਰਡ ਦੇ ਅੰਦਰ ਤਾਂ ਪੋਲਨ ਗ੍ਰੇਨ ਸਟਿਗਮਾ ਦੇ ਨਾਲ ਕੀ ਹੋ ਜਾਂਦਾ ਹੈ, ਕਨੈਕਟ ਦੇ ਵਿੱਚ ਆ ਜਾਂਦਾ। ਕੈਸਮੋਗੈਮਸ ਕਿੱਦਾਂ ਦੇ ਹੋਣਗੇ? ਫਲਾਵਰ ਖੁੱਲ੍ਹਦਾ, ਠੀਕ ਹੈ, ਅਤੇ ਉਹਦੇ ਐਂਥਰ ਅਤੇ ਸਟਿਗਮਾ ਐਕਸਪੋਜ਼ ਨੇ ਐਕਸਟਰਨਲ ਐਨਵਾਇਰਮੈਂਟ ਦੇ ਵਿੱਚ। ਪਰ ਜਿਹੜੇ ਕਲਿਸਟੋਗੈਮਸ ਨੇ ਉਹ ਫਲਾਵਰ ਖੁੱਲ੍ਹਦਾ ਹੀ ਨਹੀਂ, ਬਰਡ ਦੇ ਅੰਦਰ ਹੀ ਪੋਲੀਨੇਸ਼ਨ ਹੁੰਦੀ ਹੈਗੀ, ਠੀਕ ਹੈ। ਆਹ ਐਂਥਰ ਹੈ ਅਤੇ ਆਹ ਸਟਿਗਮਾ ਹੈਗਾ, ਕਦੇ ਫਲਾਵਰ ਖੁੱਲ੍ਹਦਾ ਨਹੀਂ ਹੈਗਾ, ਉਹਨਾਂ ਪਰ ਕਲਿਸਟੋਗੈਮਸ, ਕਿਉਂਕਿ ਹੁਣ ਜਦੋਂ ਐਕਸਟਰਨਲ ਐਨਵਾਇਰਮੈਂਟ ਨਾਲ ਕਨੈਕਟਡ ਹੀ ਨਹੀਂ ਹੈਗੀ ਤਾਂ ਉਹ ਕੋਈ ਹੋਰ ਟਾਈਪ ਆਫ ਪੋਲੀਨੇਸ਼ਨ ਕਿੱਦਾਂ ਕਰਨਗੇ, ਹੈ ਨਾ। ਇਹ ਤੋਂ ਪੋਲਨ ਕਿਹੜਾ ਕਿਸੇ ਬਾਹਰ ਕਿੱਦਾਂ ਦਾ ਜਾਊਗਾ, ਤਾਂ ਉਹਨੂੰ ਇੱਥੇ ਉਹਦੇ ਕੋਲ ਆਪਸ਼ਨ ਹੀ ਇੱਕ ਆ ਕਿ ਉਹ ਸਿਰਫ ਸੈਲਫ ਪੋਲੀਨੇਸ਼ਨ ਹੀ ਕਰ ਸਕਦਾ ਗਾ, ਠੀਕ ਹੈ। ਆਪਣੀ ਸਟਿਗਮਾ ਦੇ ਨਾਲ ਪੋਲੀਨੇਟ ਕਰ ਸਕਦਾ ਗਾ, ਉਹਦੇ ਕੋਲ ਆਪਸ਼ਨ ਹੀ ਸਿਰਫ ਉਹ ਹੈਗਾ, ਠੀਕ ਹੈ। ਅਤੇ ਇਹ ਇੱਕ ਤਾਂ ਜਿਹੜੇ ਹੁੰਦੇ ਨੇ ਅਤੇ ਇਹਨਾਂ ਦੇ ਵਿੱਚ ਸਿੰਕਰੋਨੀ ਹੁੰਦੀ ਹੈਗੀ, ਸਿੰਕਰੋਨੀ ਹੋਣੀ ਚਾਹੀਦੀ ਹੈਗੀ ਪੋਲਨ ਰਿਲੀਜ਼ ਅਤੇ ਸਟਿਗਮਾ ਰਿਸੈਪਟਿਵਿਟੀ ਦੇ ਵਿੱਚ, ਠੀਕ ਹੈ। ਦੋ ਕੰਡੀਸ਼ਨਸ ਹੋਣੀਆਂ ਚਾਹੀਦੀਆਂ ਨੇ ਜ਼ਰੂਰੀ। ਅਤੇ ਜਦੋਂ ਐਂਥਰ ਡਿਹਾਈਸ ਕਰੇ
ਤਾਂ ਫਿਰ ਪੋਲਨ ਗ੍ਰੇਨ ਕੀ ਕਰਦਾ ਸਟਿਗਮਾ ਦੇ ਨਾਲ ਕੰਟੈਕਟ ਦੇ ਵਿੱਚ ਆ ਜਾਂਦਾ। ਦਸ ਕਲੀਸਟੋਗੈਮਸ ਫਲਾਵਰਸ ਆਰ ਇਨਵੇਰੀਏਬਲੀ ਆਟੋਗੈਮਸ ਐਸ देयर इज नो ਚਾਂਸ ਆਫ ਕ੍ਰਾਸ ਪੋਲਨ ਲੈਂਡਿੰਗ ਔਨ ਦ ਸਟਿਗਮਾ। ਤਾਂ ਆਪਾਂ ਕੀ ਕਹਿ ਸਕਦੇ ਜਿਹੜੇ ਕਲੀਸਟੋਗੈਮਸ ਫਲਾਵਰਸ ਹੁੰਦੇ ਆ ਉਹ ਕੀ ਆ ਇਨਵੇਰੀਏਬਲੀ ਆਟੋਗੈਮਸ ਹੁੰਦੇ, ਮਤਲਬ ਹਰੇਕ ਕਲੀਸਟੋਗੈਮਸ ਫਲਾਵਰਸ ਵਿਦਆਊਟ ਐਨੀ ਐਕਸੈਪਸ਼ਨ ਕੀ ਆ ਆਟੋਗੈਮਸ, ਕਿਉਂਕਿ ਉਹਦੇ ਕੋਲ ਕੋਈ ਆਪਸ਼ਨ ਹੈ ਹੀ ਨਹੀਂਗਾ, ਉਹ ਬੰਦ ਹੀ ਰਹਿੰਦਾ ਹੈ ਨਾ ਤਾਂ ਪੋਲਨ ਬਾਹਰ ਕਿਤੇ ਹੋਰ ਸਟਿਗਮਾ ਦੇ ਉੱਪਰ ਜਾ ਸਕਦਾ ਨਾ ਸਟਿਗਮਾ ਦੇ ਉੱਪਰ ਬਾਹਰ ਕੋਈ ਪੋਲਨ ਆ ਸਕਦਾ, ਬਾਹਰੋਂ ਕੋਈ ਪੋਲਨ ਆ ਸਕਦਾ ਹੈ ਨਾ, ਤਾਂ ਕੋਈ ਵੀ ਕ੍ਰਾਸ ਪੋਲਨ ਜਿਹੜਾ ਸਟਿਗਮਾ ਦੇ ਉੱਪਰ ਲੈਂਡ ਨਹੀਂ ਕਰ ਸਕਦੇ ਕੋਈ ਵੀ ਕ੍ਰਾਸ ਪੋਲਨ। Histocampus flowers produce assured seed set even in the absence of pollinators. ਭਾਵੇਂ pollinators ਨਾ ਹੋਣ, pollinators abiotic, biotic, wind, water insects ਕੋਈ ਵੀ pollinator ਨਾ ਵੀ ਹੋਵੇ ਤਾਂ ਵੀ ਉਹਦੇ ਵਿੱਚ assured ਆ ਕਿ seed set ਬਣੂਗਾ ਹੀ ਬਣੂਗਾ। ਠੀਕ ਹੈ, ਹਰੇਕ ਫਲਾਵਰ ਦੇ ਵਿੱਚ ਸੀਡ ਬਣੂਗਾ ਹੀ ਬਣੂਗਾ ਕਿਉਂਕਿ ਉਹਦੇ ਵਿੱਚ ਤਾਂ ਪੋਲੀਨੇਸ਼ਨ ਹੋਣੀ ਉਹ ਬਣਦੀ ਆ ਉਹ। ਠੀਕ ਹੈ, ਸਟਿਗਮਾ ਦਾ ਡਿੱਗਣਾ ਹੀ ਡਿੱਗਣਾ ਸੇਮ ਵਾਲੇ ਦਾ। ਡੂ ਯੂ ਥਿੰਕ ਦ ਕਲੀਸਟੋਗੈਮੀ ਇਜ਼ ਐਡਵਾਂਟੇਜੀਅਸ ਔਰ ਡਿਸਐਡਵਾਂਟੇਜੀਅਸ ਟੂ ਦ ਪਲਾਂਟ? ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਲੀਸਟੋਗੈਮੀ ਆ ਉਹ ਕੀ ਹੈ, ਐਡਵਾਂਟੇਜੀਅਸ ਹੈ ਜਾਂ ਫਿਰ ਡਿਸਐਡਵਾਂਟੇਜੀਅਸ ਹੈ? ਤਾਂ ਇਹਦਾ ਆਨਸਰ ਹੈ ਕਿ ਇਹ ਡਿਸਐਡਵਾਂਟੇਜੀਅਸ ਹੈ। ਚਲੋ ਇੱਕ ਇਹਦੀ ਐਡਵਾਂਟੇਜ ਇਹ ਆ ਕਿ ਸੀਡ ਸੈਟ ਅਸ਼ੋਰਡ ਆ ਹੈ ਨਾ, ਸੀਡ ਬਣਨੀ ਆ ਅਤੇ ਦੂਜਾ ਕੋਈ ਵੀ ਪੋਲੀਨੇਟਰ ਦੀ ਲੋੜ ਨਹੀਂ ਪੈਂਦੀ। ਬਟ ਇਹਦੀਆਂ ਡਿਸਐਡਵਾਂਟੇਜਸ ਜ਼ਿਆਦਾ ਨੇ, ਜਿੱਦਾਂ ਕਿ ਇਨਬਰੀਡਿੰਗ ਡਿਪਰੈਸ਼ਨ ਹੋ ਜਾਂਦਾ ਵਾ। ਠੀਕ ਹੈ, ਮਤਲਬ ਕਿ ਜਿਹੜੇ ਰਿਸੈਸਿਵ ਕਰੈਕਟਰਸ ਹੁੰਦੇ ਆ ਉਹ ਅੱਗੇ ਵੱਧ ਕੇ ਆਉਣ ਲੱਗ ਜਾਂਦੇ। ਰਿਸੈਸਿਵ ਵੈਸੇ ਵਧੀਆ ਵੀ ਹੋ ਸਕਦੇ ਆ ਕਈ ਵਾਰੀ, ਬਟ ਮੋਸਟ ਆਫ ਦਾ ਟਾਈਮ ਰਿਸੈਸਿਵ ਕਰੈਕਟਰ ਨਾ ਭੈੜਾ ਹੁੰਦਾ ਹੈ, ਬਿਮਾਰੀਆਂ ਇੱਦਾਂ ਦੀ ਪਲਾਂਟਸ ਦੇ ਵਿੱਚ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ। ਇਹਨਾਂ ਦੇ ਵਿੱਚ ਜਿਹੜੀ ਝਾੜ ਆ ਹੈ ਨਾ, ਹੀਲ ਆ ਉਹ ਘੱਟ ਹੁੰਦੀ ਹੈਗੀ। ਠੀਕ ਹੈ, ਇਹਨਾਂ ਦੀ ਹੋਰ ਵੀ ਡਿਸਐਡਵਾਂਟੇਜਸ ਹੁੰਦੀਆਂ ਨੇ, ਮੇਨ ਆਪਾਂ ਇਹੀ ਡਿਸਐਡਵਾਂਟੇਜਸ ਪੜ੍ਹਦੇ। ਠੀਕ ਆ, ਤਾਂ ਆਪਾਂ ਕਹਿ ਸਕਦੇ ਜਿਹੜੀ ਕਲੀਸਟੋਗੈਮੀ ਆ ਉਹ ਕੀ ਹੈ, ਡਿਸਐਡਵਾਂਟੇਜਸ ਆ। ਹੁਣ ਆਪਾਂ ਇੱਥੇ ਕੁਝ ਫੁੱਲ ਦੇਖਦੇ ਆ, ਇਹ ਕੀ ਆ, ਇਹ ਕਿਹਦਾ ਫਲਾਵਰ ਹੈ? ਦਿਸ ਇਜ਼ ਪਾਈਜ਼ਮ ਸੈਟਾਈਵਮ, ਪਾਈਜ਼ਮ ਸੈਟਾਈਵਮ, ਪਾਈਜ਼ਮ ਸੈਟਾਈਵਮ। ਉਹਦੇ ਵਾਇਲਟ ਫਲਾਵਰ ਹੁੰਦੇ ਆ ਨਾ, ਵਾਇਲਟ ਉਹ ਫਲਾਵਰ ਹੈ। ਠੀਕ ਹੈ, ਅਤੇ ਉਹਦੇ ਵਿੱਚ ਬਰਡ ਪੋਲੀਨੇਸ਼ਨ ਹੁੰਦੀ ਹੈ। ਠੀਕ ਹੈ, ਇਹਦੇ ਵਿੱਚ ਕੀ ਹੁੰਦੀ ਆ, ਬਰਡ ਪੋਲੀਨੇਸ਼ਨ। ਮਤਲਬ ਫਲਾਵਰ ਹਜੇ ਖੁੱਲ੍ਹਿਆ ਨਹੀਂ ਹੁੰਦਾ, ਫਲਾਵਰ ਇਹਦਾ ਖੁੱਲ੍ਹ ਸਕਦਾ ਹੈਗਾ, ਇੱਦਾਂ ਦੀ ਕੋਈ ਗੱਲ ਨਹੀਂ, ਬਟ ਇਹਦਾ ਫਲਾਵਰ ਹਜੇ ਖੁੱਲ੍ਹਿਆ ਨਹੀਂ ਹੁੰਦਾ, ਪਹਿਲਾਂ ਹੀ ਉਹਦੇ ਵਿੱਚ ਕੀ ਹੋ ਜਾਂਦੀ ਹੈਗੀ, ਪੋਲੀਨੇਸ਼ਨ ਹੋ ਜਾਂਦੀ ਹੈਗੀ। ਠੀਕ ਹੈ, ਪਾਈਜ਼ਮ ਸੈਟਾਈਵਮ ਦੇ ਵਿੱਚ। ਅਤੇ ਨੈਕਸਟ ਆਪਾਂ ਦੇ ਕੋਲ ਹੈਗਾ ਇਹ ਕੈਸਮੋਗੈਮਸ ਫਲਾਵਰ। ਇੱਥੇ ਤੁਹਾਨੂੰ ਇਨਸੈਕਟ ਵੀ ਦਿਖ ਰਿਹਾ ਹੋਊਗਾ ਜਿਹੜਾ ਪੋਲੀਨੇਸ਼ਨ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਨਿਭਾਉਂਦਾ। ਇਹ ਕੀ ਹੈਗਾ, ਕੈਸਮੋਗੈਮਸ ਫਲਾਵਰ, ਇਹ ਐਕਸਪੋਜ਼ਡ ਆ, ਓਪਨ ਆ। ਠੀਕ ਹੈ, ਅਤੇ ਆ ਤੁਹਾਨੂੰ ਇੱਥੇ ਫੋਟੋ ਦਿੱਤੀ ਹੋਈ ਹੈਗੀ ਵਾਈਲਾ ਔਕਜ਼ਾਲਿਸ ਕਾਮਲੀਨਾ, ਇਹਨਾਂ 'ਚੋਂ ਕਿਸੇ ਦੀ ਫੋਟੋ ਹੋਣੀ ਹੈ ਇਹ। ਠੀਕ ਹੈ, ਫਸਟ ਦੇ ਵਿੱਚ ਆਪਣਾ ਕਲੋਜ਼ ਫਲਾਵਰ ਸੀਗਾ ਸੈਲਫ ਪੋਲੀਨੇਟਡ, ਅਤੇ ਸੈਕਿੰਡ ਦੇ ਵਿੱਚ ਆਪਣੇ ਕੋਲ ਸੀਗਾ ਕ੍ਰਾਸ ਪੋਲੀਨੇਟਡ ਫਲਾਵਰਸ, ਮਤਲਬ ਕਿ ਕੈਸਮੋਗੈਮਸ ਸੀਗਾ। ਥਰਡ ਦੇ ਵਿੱਚ ਤੁਹਾਨੂੰ ਕੀ ਸੀ, ਫਸਟ ਨੂੰ ਤੁਸੀਂ ਕਲੀਸਟੋਗੈਮਸ ਨਹੀਂ ਕਹਿ ਸਕਦੇ। ਠੀਕ ਹੈ, ਕਿਉਂਕਿ ਓਪਨ ਹੋ ਜਾਂਦਾ, ਪਰ ਉਹਦੇ ਵਿੱਚ ਕੀ ਹੁੰਦਾ, ਬਰਡ ਪੋਲੀਨੇਸ਼ਨ ਅਤੇ ਕਲੀਸਟੋਗੈਮੀ ਦੇ ਵਿੱਚ ਐਂਟਰ ਕੀਆ। ਬਰਡ ਪੋਲੀਨੇਸ਼ਨ ਦੇ ਵਿੱਚ ਕੀ ਹੁੰਦਾ, ਹਜੇ ਬਰਡ ਸਟੇਜ ਹੁੰਦੀ ਹੈ ਕਿ ਬਰਡ ਸਟੇਜ ਦੇ ਵਿੱਚ ਹੀ ਕੀ ਹੁੰਦਾ, ਉਹਨਾਂ ਦੇ ਵਿੱਚ ਪੋਲੀਨੇਸ਼ਨ ਹੁੰਦੀ ਹੈ, ਬਾਅਦ ਦੇ ਵਿੱਚ ਓਪਨ ਹੋ ਸਕਦਾ ਉਹ ਫਲਾਵਰ। ਠੀਕ ਹੈ, ਪਹਿਲਾਂ ਹੀ ਪੋਲੀਨੇਸ਼ਨ ਹੋ ਜਾਂਦੀ ਹੈ, ਹਜੇ ਓਪਨ ਹੋਇਆ ਹੀ ਨਹੀਂ ਹੁੰਦਾ। ਅਤੇ ਕਲੀਸਟੋਗੈਮੀ ਦੇ ਵਿੱਚ ਹੁੰਦਾ ਕਿ ਉਹ ਕਦੇ ਓਪਨ ਹੋਣਾ ਹੀ ਨਹੀਂ ਹੈਗਾ। ਠੀਕ ਹੈ, ਸੋ ਇਹ ਹੈਗਾ ਆਪਣਾ ਜਿਹਦੇ ਵਿੱਚ ਕੈਸਮੋਗੈਮਸ ਫਲਾਵਰ ਅਤੇ ਕਲੀਸਟੋਗੈਮਸ ਫਲਾਵਰ ਦੋਨੋਂ ਤਰ੍ਹਾਂ ਦੇ ਫਲਾਵਰ ਦੇਖਣ ਨੂੰ ਮਿਲਦੇ ਆ। ਉੱਪਰ ਦੇਖੋ ਆਪਾਂ ਨੂੰ ਕੀ ਹੈ, ਕੈਸਮੋਗੈਮਸ ਓਪਨ ਫਲਾਵਰ ਦੇਖਣ ਨੂੰ ਮਿਲਦੇ ਨੇ, ਨੀਚੇ ਜੜ੍ਹਾਂ ਦੇ ਵਿੱਚ ਆਪਾਂ ਨੂੰ ਕੀ ਹੈ ਇੱਥੇ ਕਲੀਸਟੋਗੈਮਸ ਬੰਦ ਫਲਾਵਰਸ ਦੇਖਣ ਨੂੰ ਮਿਲ ਰਹੀ ਆ। ਓਕੇ, ਨੈਕਸਟ ਇਜ਼ ਜੀਟੋਨੋਗੈਮੀ, transfer of pollen grains from the anther to the stigma of another flower of the same plant। ਠੀਕ ਹੈ, ਇੱਕੋ ਹੀ ਪਲਾਂਟ ਆ, ਦਿਸ ਇਜ਼ ਦਾ ਵਨ ਪਲਾਂਟ, ਇੱਕ ਫਲਾਵਰ ਇੱਥੇ ਆ ਅਤੇ ਇੱਕ ਫਲਾਵਰ ਇੱਥੇ ਆ। ਠੀਕ ਹੈ, ਇਹ ਫਲਾਵਰ ਦੇ ਐਂਥਰ 'ਚ ਮੰਨ ਲਓ ਇਹ ਫਲਾਵਰ ਦੇ ਸਟਿਗਮਾ ਤੱਕ, ਠੀਕ ਹੈ, ਪੋਲਨ ਗ੍ਰੇਨ ਨੂੰ ਪਹੁੰਚਾਉਣਾ, ਇਹਨੂੰ ਕੀ ਕਹਿੰਦੇ ਆ, ਜੀਟੋਨੋਗੈਮੀ। ਮਤਲਬ ਪਲਾਂਟ ਸੇਮ ਆ ਬਟ ਕੀ ਆ, ਫਲਾਵਰ ਅੱਡ ਅੱਡ ਨੇ। ਜਿਹੜੀ ਤਾਂ ਆਹ ਵਾਲੀ ਹੁੰਦੀ ਆ ਆਟੋਗੈਮੀ ਹੁੰਦੀ ਆ, ਉਹ ਕੀ ਆ, ਫੰਕਸ਼ਨਲੀ ਅਤੇ ਜੈਨੇਟਿਕਲੀ ਦੋਨੋਂ ਤਰ੍ਹਾਂ ਦੇ ਨਾਲ ਕੀ ਹੁੰਦੀ ਆ, ਸੈਲਫ ਪੋਲੀਨੇਸ਼ਨ ਹੁੰਦੀ ਆ। ਠੀਕ ਹੈ, ਦੋਨੋਂ ਤਰ੍ਹਾਂ ਦੇ ਨਾਲ ਇਹ ਸੈਲਫ ਪੋਲੀਨੇਸ਼ਨ ਹੀ ਹੁੰਦੀ ਆ। ਜੈਨੇਟਿਕਲੀ ਕਿਉਂਕਿ ਸੇਮ ਜੈਨੇਟਿਕ ਮਟੀਰੀਅਲ, ਸੇਮ ਪਲਾਂਟ ਦਾ ਫਲਾਵਰ ਹੈ, ਸੇਮ ਪਲਾਂਟ ਦਾ ਫਲਾਵਰ ਹੈ ਅਤੇ ਫਲਾਵਰ ਹੀ ਸੇਮ ਉਹ ਫਲਾਵਰ ਹੀ ਡਿਫਰੈਂਟ ਹੈਗਾ। ਫੰਕਸ਼ਨਲੀ ਕਿਉਂਕਿ ਉਹਨੂੰ ਕਿਸੇ ਵੀ ਐਕਸਟਰਨਲ ਏਜੰਟ ਦੀ ਲੋੜ ਨਹੀਂ ਪੈ ਰਹੀ ਹੈਗੀ ਪੋਲੀਨੇਸ਼ਨ ਕਰਾਉਣ ਦੇ ਲਈ, ਹੈ ਨਾ, ਉਹ ਆਪਦੇ ਆਪ ਦੇ ਵਿੱਚ ਹੀ ਹੋ ਜਾ ਰਹੀ ਹੈ। ਠੀਕ ਹੈ, ਅਤੇ ਜੀਟੋਨੋਗੈਮੀ ਦੀ ਗੱਲ ਕਰੀਏ ਤਾਂ ਜੀਟੋਨੋਗੈਮੀ ਕੀ ਆ, ਫੰਕਸ਼ਨਲੀ ਕੀ ਹੁੰਦੀ ਹੈ,
ਫੰਕਸ਼ਨਲੀ ਇਹ ਕ੍ਰੋਸ ਪੋਲੀਨੇਸ਼ਨ ਹੁੰਦੀ ਆ। ਫੰਕਸ਼ਨਲੀ ਕ੍ਰੋਸ ਪੋਲੀਨੇਸ਼ਨ ਕਿਉਂ ਹੁੰਦੀ ਆ? ਕਿਉਂਕਿ ਇਹ ਪੋਲੀਨੇਸ਼ਨ ਨੂੰ ਕਰਾਉਣ ਦੇ ਲਈ ਕਾਹਦੀ ਲੋੜ ਆ? ਕਿਸੇ ਐਕਸਟਰਨਲ ਏਜੰਟ ਦੀ, ਕਿਸੇ ਪੋਲੀਨੇਟਰ ਦੀ ਲੋੜ ਪੈਂਦੀ ਆ। ਬਟ ਜੈਨੇਟਿਕਲੀ ਇਹ ਕੀ ਹੁੰਦੀ ਆ? ਸੈਲਫ ਪੋਲੀਨੇਸ਼ਨ ਹੁੰਦੀ ਆ। ਜੈਨੇਟਿਕਲੀ ਸੈਲਫ ਪੋਲੀਨੇਸ਼ਨ ਕਿਉਂ? ਕਿਉਂਕਿ ਫਲਾਵਰਸ ਅਸਲ ਦੇ ਵਿੱਚ ਸੇਮ ਪਲਾਂਟ ਦੇ ਆ ਤਾਂ ਉਹਨਾਂ ਦਾ ਜੈਨੇਟਿਕ ਮਟੀਰੀਅਲ ਤਾਂ ਸੇਮ ਹੋਊਗਾ। ਇੱਕ ਪਲਾਂਟ ਦਾ ਇੱਕੋ ਹੀ ਜੈਨੇਟਿਕ ਮਟੀਰੀਅਲ ਹੁੰਦਾ ਨਾ, ਇਸ ਕਰਕੇ। Chitronogamy, transfer of pollen grains from the anther to the stigma of another flower of the same plant। ठीक है, सेम प्लांट के दूसरे फ्लावर के स्टिग्मा तक। ठीक है, कोई प्लांट है ਉਹਦੇ ਇੱਕ ਫਲਾਵਰ ਦੇ ਐਂਥਰ ਤੋਂ ਲੈ ਕੇ ਦੂਜੇ ਫਲਾਵਰ ਦੇ ਸਟਿਗਮਾ ਤੱਕ ਪੋਲਨ ਗ੍ਰੇਨ ਦੇ ਟ੍ਰਾਂਸਫਰ ਨੂੰ ਕਹਿੰਦੇ ਚਿਟੋਨੋਗੈਮੀ ਕਹਿੰਦੇ ਆ। ਆਲਦੋ ਚਿਟੋਨੋਗੈਮੀ ਇਜ਼ ਫੰਕਸ਼ਨਲੀ ਕ੍ਰਾਸ ਪੋਲੀਨੇਸ਼ਨ, ਫੰਕਸ਼ਨਲੀ ਇਹ ਕੀ ਹੈ? ਕ੍ਰਾਸ ਪੋਲੀਨੇਸ਼ਨ ਆ, ਇਨਵੋਲਵਿੰਗ ਅ ਪੋਲੀਨੇਟਿੰਗ ਏਜੰਟ, ਕਿਉਂਕਿ ਇਹਦੇ ਵਿੱਚ ਇੱਕ ਪੋਲੀਨੇਟਿੰਗ ਏਜੰਟ ਹੁੰਦਾ। ਠੀਕ ਹੈ, ਕੋਈ ਏਜੰਟ ਦੀ ਲੋੜ ਪੈਂਦੀ ਆ ਪੋਲੀਨੇਸ਼ਨ ਕਰਾਉਣ ਦੇ ਲਈ, ਟ੍ਰਾਂਸਫਰ ਕਰਨ ਦੇ ਲਈ। ਜੈਨੇਟਿਕਲੀ ਇਟ ਇਜ਼ ਸਿਮਿਲਰ ਟੂ ਆਟੋਗੈਮੀ। ਠੀਕ ਹੈ, ਬਟ ਜੈਨੇਟਿਕਲੀ ਇਹ ਸਿਮਿਲਰ ਹੈ ਕਿਉਂਕਿ ਸੇਮ ਪਲਾਂਟ ਦੇ ਦੋ ਫਲਾਵਰ ਦੀ ਗੱਲ ਹੋ ਰਹੀ ਹੈ ਇੱਥੇ। ਸਿੰਸ ਦ ਪੋਲਨ ਗ੍ਰੇਨਸ ਕਮ ਫਰੋਮ ਦ ਸੇਮ ਪਲਾਂਟ, ਕਿਉਂਕਿ ਪੋਲਨ ਗ੍ਰੇਨਸ ਜਿਹੜੇ ਆ ਉਹ ਉਹੀ ਪਲਾਂਟ ਤੋਂ ਆ ਰਹੇ ਆ, ਤਾਂ ਕਰਕੇ ਜੈਨੇਟਿਕਲੀ ਕੀ ਆ? ਉਹ ਸੈਲਫ ਪੋਲੀਨੇਸ਼ਨ ਆ। ਬਟ ਉਹ ਫੰਕਸ਼ਨਲੀ ਕ੍ਰਾਸ ਪੋਲੀਨੇਸ਼ਨ ਕਿਉਂ ਆ? ਕਿਉਂਕਿ ਉਹਦੇ ਵਿੱਚ ਪੋਲੀਨੇਟਿੰਗ ਏਜੰਟ ਦੀ ਲੋੜ ਪੈ ਰਹੀ ਹੈਗੀ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਜ਼ੀਨੋਗੈਮੀ ਦੀ। ਜ਼ੀਨੋਗੈਮੀ ਕੀ ਹੁੰਦੀ ਹੈ? ਪਿਓਰਲੀ ਕ੍ਰਾਸ ਪੋਲੀਨੇਸ਼ਨ ਹੁੰਦੀ ਆ। ਟ੍ਰਾਂਸਫਰ ਆਫ ਪੋਲਨ ਗ੍ਰੇਨਸ ਫਰਮ ਦ ਐਂਥਰ ਟੂ ਦ ਸਟਿਗਮਾ ਆਫ ਅ ਡਿਫਰੈਂਟ ਪਲਾਂਟ। ਠੀਕ ਹੈ, ਇਹਦੇ ਵਿੱਚ ਕੀ ਹੈ? ਦੋ ਅਲੱਗ-ਅਲੱਗ ਪਲਾਂਟ ਹੁੰਦੇ ਆ। ਇੱਕ ਪਲਾਂਟ ਦਾ ਐਂਥਰ ਹੁੰਦਾ ਅਤੇ ਦੂਜੇ ਪਲਾਂਟ ਦਾ ਸਟਿਗਮਾ ਹੁੰਦਾ। ਇੱਕ ਪਲਾਂਟ ਦੇ ਐਂਥਰ ਤੋਂ ਲੈ ਕੇ ਦੂਜੇ ਪਲਾਂਟ ਦੇ ਸਟਿਗਮਾ ਦੇ ਤੱਕ ਪੋਲਨ ਗ੍ਰੇਨ ਦੇ ਟ੍ਰਾਂਸਫਰ ਨੂੰ ਕੀ ਕਹਿੰਦੇ ਆ? ਜ਼ੀਨੋਗੈਮੀ ਕਹਿੰਦੇ ਆ। ਠੀਕ ਹੈ, ਦਿਸ ਇਜ਼ ਓਨਲੀ ਟਾਈਪ ਆਫ ਪੋਲੀਨੇਸ਼ਨ ਵਿਚ ਡਿਊਰਿੰਗ ਪੋਲੀਨੇਸ਼ਨ brings genetically different types of pollens to the stigma। ਇਹ ਇਕੱਲੀ ਟਾਈਪ ਆਫ ਪੋਲੀਨੇਸ਼ਨ ਜਿਹਦੇ ਵਿੱਚ ਜਿਹੜਾ ਹੈ ਜੈਨੇਟਿਕਲੀ ਡਿਫਰੈਂਟ ਪੋਲਨ ਗ੍ਰੇਨਸ ਪਹੁੰਚਦੇ ਨੇ ਸਟਿਗਮਾ ਦੇ ਤੱਕ। ਠੀਕ ਹੈ, ਸਟਿਗਮਾ ਦੇ ਤੱਕ ਜੈਨੇਟਿਕਲੀ ਡਿਫਰੈਂਟ ਪੋਲਨ ਗ੍ਰੇਨਸ ਪਹੁੰਚਦੇ ਨੇ, ਕਿਉਂਕਿ ਪਹਿਲੇ ਜੋ ਸੀ ਜਿਹੜੀ ਆਟੋਗੈਮੀ ਅਤੇ ਚਿਟੋਨੋਗੈਮੀ ਸੀ ਉਹਨਾਂ ਦੇ ਵਿੱਚ ਜੈਨੇਟਿਕਲੀ ਸੇਮ ਪਹੁੰਚ ਰਹੀ, ਕਿਉਂਕਿ ਸੇਮ ਪਲਾਂਟ ਤੋਂ ਹੀ ਪੋਲਨ ਗ੍ਰੇਨਸ ਜਿਹੜੇ ਆ ਬਿਲੋਂਗ ਕਰਦੇ ਸੀਗੇ। ਬਟ ਇਹਦੇ ਵਿੱਚ ਜਿਹੜੇ ਪੋਲਨ ਗ੍ਰੇਨਸ ਨੂੰ ਡਿਫਰੈਂਟ ਪਲਾਂਟ ਤੋਂ ਬਿਲੋਂਗ ਕਰਦੇ ਨੇ ਤਾਂ ਆਪਾਂ ਕਹਿ ਸਕਦੇ ਹਾਂ ਜੈਨੇਟਿਕਲੀ ਡਿਫਰੈਂਟ ਪੋਲਨ ਗ੍ਰੇਨਸ ਪਹੁੰਚਦੇ ਨੇ ਇਹਦੇ ਵਿੱਚ। ਠੀਕ ਹੈ, ਅਤੇ ਆਪਾਂ ਫਿਰ ਇਹਦੇ ਵਿੱਚ ਕੀ ਕਹਾਂਗੇ ਕਿ ਇਹ ਫੰਕਸ਼ਨਲੀ ਪਲੱਸ ਜੈਨੇਟਿਕਲੀ ਦੋਨੇ ਤਰੀਕੇ ਨਾਲ ਇਹ ਕੀ ਹੈਗੀ? ਕ੍ਰਾਸ ਪੋਲੀਨੇਸ਼ਨ ਕੀ ਆ? ਕ੍ਰਾਸ ਪੋਲੀਨੇਸ਼ਨ ਆ। ਠੀਕ ਹੈ, ਫੰਕਸ਼ਨਲੀ ਕਿਉਂ? ਕਿਉਂਕਿ ਇਹਦੇ ਵਿੱਚ ਪੋਲੀਨੇਟਿੰਗ ਏਜੰਟ ਦੀ ਲੋੜ ਪਊਗੀ। ਜੈਨੇਟਿਕਲੀ ਕਿਉਂ? ਕਿਉਂਕਿ ਓਬਵੀਅਸਲੀ ਜੈਨੇਟਿਕ ਮਟੀਰੀਅਲ ਵੀ ਅਲੱਗ ਹੋਊਗਾ ਨਾ ਦੋ ਡਿਫਰੈਂਟ ਪਲਾਂਟਸ ਦਾ। ਓਕੇ, ਹੁਣ ਆਪਾਂ ਕੀ ਗੱਲ ਕਰਦੇ ਹਾਂ ਕਿ ਏਜੰਟਸ ਆਫ ਪੋਲੀਨੇਸ਼ਨ। ਠੀਕ ਹੈ, plants use two abiotic wind and water and one biotic animal agent to achieve pollination। plants ਕੀ ਹੈ? ਦੋ abiotic agents use ਕਰਦੇ ਨੇ, ਕਿਹੜੇ ਵਿੰਡ ਤੇ ਵਾਟਰ, ਤੇ ਇੱਕ ਬਾਇਓਟਿਕ ਏਜੰਟ ਯੂਜ਼ ਕਰਦੇ ਨੇ। ਬਾਇਓਟਿਕ ਏਜੰਟ ਜਿਹੜਾ ਐਨੀਮਲਸ। ਠੀਕ ਹੈ, ਟੂ ਅਚੀਵ ਪੋਲੀਨੇਸ਼ਨ ਕਰਾਉਣ ਦੇ ਲਈ ਦੋ ਏਬਾਇਓਟਿਕ ਏਜੰਟ ਯੂਜ਼ ਹੁੰਦੇ ਆ ਅਤੇ ਇੱਕ ਬਾਇਓਟਿਕ ਏਜੰਟ ਯੂਜ਼ ਹੁੰਦਾ ਹੈਗਾ। ਮੈਜੋਰਿਟੀ ਆਫ ਪਲਾਂਟਸ ਯੂਜ਼ ਬਾਇਓਟਿਕ ਏਜੰਟ ਫॉर ਪੋਲੀਨੇਸ਼ਨ। ਜਿਹੜੇ ਮੈਜੋਰਿਟੀ ਆਫ ਪਲਾਂਟਸ ਨੇ ਉਹ ਕੀ ਹੈ? ਬਾਇਓਟਿਕ ਏਜੰਟਸ ਹੀ ਯੂਜ਼ ਕਰਦੇ ਨੇ। ਠੀਕ ਹੈ, ਏਬਾਇਓਟਿਕ ਏਜੰਟ ਬਹੁਤ ਘੱਟ ਯੂਜ਼ ਕਰਦੇ ਆ। ਠੀਕ ਹੈ, ਏਬਾਇਓਟਿਕ ਕਿਉਂਕਿ ਉਹਨਾਂ ਦੇ ਵਿੱਚ ਕੋਈ ਦਿਸ਼ਾ ਨਹੀਂ ਹੁੰਦੀ, ਦਿਸ਼ਾਹੀਨ ਪੋਲੀਨੇਸ਼ਨ ਹੋ ਰਹੀ ਹੁੰਦੀ ਆ, ਕਿਉਂਕਿ ਆਪਾਂ ਨੂੰ ਪਤਾ ਨਹੀਂ ਆ ਪਹੁੰਚਣਾ ਕਿ ਨਾ। ਬਟ ਬਾਇਓਟਿਕ ਏਜੰਟਸ ਦੇ ਯੂਜ਼ ਦੇ ਨਾਲ ਉਹਦੇ ਜ਼ਿਆਦਾ ਚਾਂਸਿਸ ਹੁੰਦੇ ਨੇ ਪੋਲੀਨੇਸ਼ਨ ਹੋਣ ਦੇ। ਠੀਕ ਹੈ, ਓਨਲੀ ਅ ਸਮੋਲ ਪ੍ਰਪੋਰਸ਼ਨ ਆਫ ਪਲਾਂਟਸ ਯੂਜ਼ ਏਬਾਇਓਟਿਕ ਏਜੰਟ। ਬਹੁਤ ਘੱਟ ਪਲਾਂਟਸ ਜਿਹੜੇ ਆ ਪੋਲੀਨੇਸ਼ਨ ਦੇ ਲਈ ਏਬਾਇਓਟਿਕ ਏਜੰਟਸ ਯੂਜ਼ ਕਰਦੇ ਆ। pollen grains coming in contact with the stigma is a chance factor in both wind and water pollination। ਕਿਉਂਕਿ ਵਿੰਡ ਐਂਡ ਵਾਟਰ ਪੋਲੀਨੇਸ਼ਨ ਮਤਲਬ ਏਬਾਇਓਟਿਕ ਪੋਲੀਨੇਸ਼ਨ ਦੇ ਵਿੱਚ ਜਿਹੜੀ ਆ ਬਹੁਤ ਮਤਲਬ ਉਹ ਇੱਕ ਚਾਂਸ ਫੈਕਟਰ ਹੀ ਆ। ਪਹੁੰਚੇ ਨਾ ਪਹੁੰਚੇ, ਮੈਂ ਤੁਹਾਨੂੰ ਪਹਿਲਾਂ ਕਹਿੰਦਾ ਉਹ ਦਿਸ਼ਾਹੀਨ ਆ, ਪਹੁੰਚੇ ਨਾ ਪਹੁੰਚੇ, ਕਿਧਰ ਡਿੱਗ ਜੇ, ਕੁਝ ਵੀ ਹੋ ਜੇ। ਠੀਕ ਹੈ, ਬਹੁਤ ਘੱਟ ਚਾਂਸਿਸ ਹੁੰਦੇ ਨੇ ਵਿੰਡ ਪੋਲੀਨੇਸ਼ਨ ਦੇ ਨਾਲ ਪੋਲੀਨੇਸ਼ਨ ਹੋਣ ਦੇ। ਠੀਕ ਹੈ, ਬਹੁਤ ਘੱਟ ਚਾਂਸਿਸ ਹੁੰਦੇ ਨੇ ਪੋਲਨ ਗ੍ਰੇਨ ਦੇ ਸਟਿਗਮਾ ਤੱਕ ਪਹੁੰਚਣ ਦੇ ਇਨ ਕੇਸ ਆਫ wind and water pollination। To compensate for these uncertainties and associated loss of pollen grains, the flowers produce enormous amount of pollen when compared to the number of ovules available for pollination। ਅਤੇ ਇਹਨੂੰ ਕੰਪਨਸੇਟ ਕਰਨ ਦੇ ਲਈ, ਕਿਉਂਕਿ ਚਾਂਸਿਸ ਬਹੁਤ ਘੱਟ ਨੇ, ਅਤੇ ਇਹਨਾਂ ਘੱਟ ਚਾਂਸਿਸ ਨੂੰ ਕੰਪਨਸੇਟ ਕਰਨ ਦੇ ਲਈ ਮਤਲਬ ਵੱਧ ਪੋਲੀਨੇਸ਼ਨ ਕਰਾਉਣ ਦੇ ਲਈ ਜਿਹੜੇ ਪਲਾਂਟਸ ਵਿੰਡ ਜਾਂ ਫਿਰ ਵਾਟਰ ਪੋਲੀਨੇਸ਼ਨ ਦੇ ਨਾਲ ਪੋਲੀਨੇਟ ਕਰਦੇ ਨੇ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਏਬਾਇਓਟਿਕ ਪੋਲੀਨੇਸ਼ਨ ਸ਼ੋ ਕਰਦੇ ਨੇ। ਠੀਕ ਹੈ, ਉਹਨਾਂ ਦੇ ਵਿੱਚ ਬਹੁਤ ਸਾਰੇ ਪੋਲਨ ਗ੍ਰੇਨਸ ਜਿਹੜੇ ਪਲਾਂਟਸ ਨੇ ਉਹ ਪ੍ਰੋਡਿਊਸ ਕਰਦੇ ਨੇ, ਬਹੁਤ ਹੀ ਜ਼ਿਆਦਾ ਪੋਲਨ ਗ੍ਰੇਨਸ ਪਲਾਂਟਸ ਪ੍ਰੋਡਿਊਸ ਕਰਦੇ ਨੇ ਕੰਪੇਅਰਡ ਟੂ ਦ ਨੰਬਰ ਆਫ ਓਵਿਊਲਸ ਫॉर ਪੋਲੀਨੇਸ਼ਨ। ਮਤਲਬ ਤੁਸੀਂ ਕਹਿ ਸਕਦੇ ਹੋ ਇੱਕ ਓਵਿਊਲ ਦੇ ਪਿੱਛੇ ਪਤਾ ਨਹੀਂ ਕਿੰਨੇ ਹੀ ਹਜ਼ਾਰਾਂ ਪੋਲਨ ਜਿਹੜੇ ਆ ਉਹ
ਪ੍ਰੋਡਿਊਸ ਕਰਦਾ ਹੋਣਾ ਪਲਾਂਟ ਸਿਰਫ ਇੱਕ ਓਵਿਊਲ ਨੂੰ ਪੋਲੀਨੇਟ ਕਰਨ ਦੇ ਲਈ, ਇੰਨਾ ਘੱਟ ਚਾਂਸ ਫੈਕਟਰ ਆ। ਠੀਕ ਹੈ। ਪੋਲੀਨੇਸ਼ਨ ਬਾਈ ਵਿੰਡ ਇਜ਼ ਮੋਰ ਕਾਮਨ ਅਮੰਗਸਟ ਏਬਾਇਓਟਿਕ ਪੋਲੀਨੇਸ਼ਨਸ। ਆਪਾਂ ਨੇ ਕਿਹਾ ਦੋ ਤਰੀਕੇ ਨਾਲ ਪੋਲੀਨੇਸ਼ਨ ਹੁੰਦੀ ਆ, ਇੱਕ ਹੁੰਦੀ ਹੈਗੀ ਏਬਾਇਓਟਿਕ ਅਤੇ ਦੂਜੀ ਹੁੰਦੀ ਹੈਗੀ ਬਾਇਓਟਿਕ, ਹੈ ਨਾ। ਦੋ ਤਰੀਕੇ ਨਾਲ ਹੁੰਦੀ ਆ। ਜਿਹੜੀ ਤਾਂ ਏਬਾਇਓਟਿਕ ਪੋਲੀਨੇਸ਼ਨ ਹੁੰਦੀ ਆ ਉਹ ਦੋ ਤਰੀਕੇ, ਉਹ ਵੀ ਦੋ ਫੈਕਟਰਸ ਦੇ ਨਾਲ ਹੁੰਦੀ ਆ। ਪਹਿਲਾ ਹੁੰਦਾ ਵਿੰਡ, ਦੂਜਾ ਹੁੰਦਾ ਵਾਟਰ। ਠੀਕ ਹੈ। ਅਤੇ ਬਾਇਓਟਿਕ ਹੁੰਦੀ ਹੈ ਐਨੀਮਲਸ ਦੇ ਨਾਲ, ਐਨੀਮਲਸ ਦੇ ਨਾਲ ਇਨਸੈਕਟਸ, ਮੈਮਲਸ, ਬਹੁਤ ਤਰੀਕੇ ਦੇ ਐਨੀਮਲਸ ਆ ਜਾਂਦੇ ਆ, ਹੈ ਨਾ। ਅਤੇ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਏਬਾਇਓਟਿਕ ਅਤੇ ਬਾਇਓਟਿਕ ਦੇ ਵਿੱਚ, ਤਾਂ ਬਾਇਓਟਿਕ ਪੋਲੀਨੇਸ਼ਨ ਆਪਾਂ ਨੂੰ ਬਾਇਓਟਿਕ ਪੋਲੀਨੇਸ਼ਨ ਆਪਾਂ ਨੂੰ ਵੱਧ ਦੇਖਣ ਨੂੰ ਮਿਲਦੀ ਹੈ ਏਬਾਇਓਟਿਕ ਅਤੇ ਬਾਇਓਟਿਕ ਦੇ ਵਿੱਚੋਂ। ਅਤੇ ਏਬਾਇਓਟਿਕ ਦੇ ਵਿੱਚ ਕੀ ਸੀ, ਵਿੰਡ ਅਤੇ ਵਾਟਰ ਦੋ ਤਰੀਕੇ ਦੀ ਪੋਲੀਨੇਸ਼ਨ ਸੀ, ਅਤੇ ਵਿੰਡ ਅਤੇ ਵਾਟਰ ਦੇ ਵਿੱਚੋਂ ਵੀ ਵਿੰਡ ਪੋਲੀਨੇਸ਼ਨ ਆਪਾਂ ਨੂੰ ਵੱਧ ਦੇਖਣ ਨੂੰ ਮਿਲਦੀ ਹੈ। ਠੀਕ ਹੈ। ਵਿੰਡ ਪੋਲੀਨੇਸ਼ਨ ਆਪਾਂ ਨੂੰ ਬਹੁਤ ਵੱਧ ਦੇਖਣ ਨੂੰ ਮਿਲਦੀ ਹੈ ਵਾਟਰ ਪੋਲੀਨੇਸ਼ਨ ਦੇ ਕੰਪੈਰੀਜ਼ਨ ਦੇ ਵਿੱਚ। ਠੀਕ ਹੈ। ਤਾਂ ਇੱਥੇ ਆਹੀ ਲਿਖਿਆ ਹੋਇਆ ਅਤੇ ਪੋਲੀਨੇਸ਼ਨ ਬਾਈ ਵਿੰਡ ਇਜ਼ ਮੋਰ ਕਾਮਨ ਅਮੰਗ ਦਾ ਏਬਾਇਓਟਿਕ ਪੋਲੀਨੇਸ਼ਨਸ। ਠੀਕ ਹੈ। ਜਿਹੜੀਆਂ ਏਬਾਇਓਟਿਕ ਪੋਲੀਨੇਸ਼ਨ ਹੁੰਦੀਆਂ ਨੇ ਉਹਨਾਂ ਦੇ ਵਿੱਚ ਪੋਲੀਨੇਸ਼ਨ ਬਾਈ ਵਿੰਡ ਜਿਹੜੀ ਹੁੰਦੀ ਆ ਉਹ ਜ਼ਿਆਦਾ ਕਾਮਨ ਹੁੰਦੀ ਆ। ਵਿੰਡ ਪੋਲੀਨੇਸ਼ਨ ਆਲਸੋ ਰਿਕੁਆਇਰਸ ਦੈਟ ਦ ਪੋਲਨ ਗ੍ਰੇਨਸ ਆਰ ਲਾਈਟ ਐਂਡ ਨਾਨ ਸਟਿਕੀ ਸੋ ਦੈਟ ਦੇ ਕੈਨ ਟਰਾਂਸਪੋਰਟਡ ਇਨ ਵਾਟਰ ਕਰੰਟਸ। ਠੀਕ ਹੈ। ਜਿਹੜੀ ਇਨ ਵਿੰਡ ਕਰੰਟਸ, ਸੋਰੀ, ਜਿਹੜੀ ਵਿੰਡ ਪੋਲੀਨੇਸ਼ਨ ਆ ਉਹਦੇ ਵਿੱਚ ਜਿਹੜੇ ਪੋਲਨ ਗ੍ਰੇਨਸ ਹੁੰਦੇ ਆ ਉਹ ਕੀ ਹੁੰਦੇ ਆ, ਲਾਈਟ ਹੁੰਦੇ ਆ, ਬਹੁਤ ਹਲਕੇ ਹੁੰਦੇ ਆ ਅਤੇ ਨਾਨ ਸਟਿਕੀ ਹੁੰਦੇ ਆ। ਹਲਕੇ ਕਿਉਂ, ਤਾਂ ਕਰਕੇ ਉਹਨਾਂ ਨੂੰ ਜਿਹੜੀ ਹਵਾ ਹੈਗਾ ਉਹ ਆਸਾਨੀ ਨਾਲ ਉਡਾ ਕੇ ਲੈ ਜਾਏ, ਭਾਰੀ ਚੀਜ਼ ਨੂੰ ਤਾਂ ਹਵਾ ਵੀ ਆਸਾਨੀ ਨਾਲ ਨਹੀਂ ਉਡਾ ਕੇ ਲੈ ਕੇ ਜਾ ਸਕਦੀ, ਹੈ ਨਾ। ਅਤੇ ਉਹ ਨਾਨ ਸਟਿਕੀ ਹੋਣ, ਨਾਨ ਸਟਿਕੀ ਕਿਉਂ, ਕਿਉਂਕਿ ਕਿਸੇ ਵੀ ਚੀਜ਼ ਦੇ ਨਾਲ ਜਿਹੜੀ ਉਹਨਾਂ ਦੇ ਰਾਹ ਦੇ ਵਿੱਚ ਆਵੇ ਉਹਦੇ ਨਾਲ ਉਹ ਸਟਿਕ ਨਾ ਕਰ ਜਾਣ। ਠੀਕ ਹੈ। ਜਾਂ ਫਿਰ ਜੇ ਸਟਿਕੀ ਹੋਣਗੇ ਤਾਂ ਬਹੁਤ ਜ਼ਿਆਦਾ ਐਕਸਟਰਨਲ ਚੀਜ਼ਾਂ ਵੀ ਉਹਦੇ ਨਾਲ ਸਟਿਕ ਕਰ ਸਕਦੇ, ਜਿਵੇਂ ਕਿ ਡਸਟ ਪਾਰਟੀਕਲਸ ਵਗੈਰਾ ਹੋ ਗਏ, ਹੈ ਨਾ। ਇਹਦੇ ਨਾਲ ਪੋਲਨ ਗ੍ਰੇਨ ਨੂੰ ਬਹੁਤ ਜ਼ਿਆਦਾ ਉਹ ਹੋਊਗਾ ਨਾ, ਫਰਕ ਪਊਗਾ ਪੋਲਨ ਗ੍ਰੇਨ ਦੇ ਉੱਪਰ, ਤੁਸੀਂ ਕਹਿ ਸਕਦੇ ਹੋ। ਵਿੰਡ ਪੋਲੀਨੇਸ਼ਨ ਦੇ ਵਿੱਚ ਜਿਹੜੇ ਪੋਲਨ ਗ੍ਰੇਨਸ ਹੁੰਦੇ ਨੇ ਉਹ ਕੀ ਹੁੰਦੇ ਨੇ, ਲਾਈਟ ਹੁੰਦੇ ਨੇ, ਨਾਨ ਸਟਿਕੀ ਹੁੰਦੇ ਨੇ। ਅਤੇ ਲਾਈਟ ਅਤੇ ਨਾਨ ਸਟਿਕੀ ਕਿਉਂ ਹੁੰਦੇ ਨੇ, ਤਾਂ ਕਰਕੇ ਉਹਨਾਂ ਨੂੰ ਵਿੰਡ ਕਰੰਟਸ ਨਾਲ ਈਜ਼ੀਲੀ ਕੀ ਕੀਤਾ ਜਾ ਸਕੇ, ਟਰਾਂਸਪੋਰਟ ਕੀਤਾ ਜਾ ਸਕੇ। ਕੁਝ ਆਪਾਂ ਨੂੰ ਕੀ ਹੈ ਕਰੈਕਟਰਿਸਟਿਕਸ ਦੇਖਦੇ ਆ ਏਬਾਇਓਟਿਕ, ਸਪੈਸ਼ਲੀ ਪਹਿਲਾਂ ਵਿੰਡ ਪੋਲੀਨੇਸ਼ਨ ਦੀ ਦੇਖਦੇ ਹਾਂ। ਪਹਿਲਾਂ ਆਪਾਂ ਫਲਾਵਰ ਦੀ ਕਰੈਕਟਰਿਸਟਿਕ ਦੇਖੀਏ। ਠੀਕ ਹੈ। ਫਲਾਵਰ ਦੀ ਕਰੈਕਟਰਿਸਟਿਕ ਦੇਖੀਏ ਤਾਂ ਫਲਾਵਰ ਜਨਰਲੀ ਇਹਨਾਂ ਦੇ ਸਮਾਲ ਹੁੰਦੇ ਆ। ਠੀਕ ਹੈ। ਵਿੰਡ ਪੋਲੀਨੇਸ਼ਨ ਦੇ ਵਿੱਚ ਫਲਾਵਰ ਜਨਰਲੀ ਸਮਾਲ ਹੁੰਦੇ ਆ। ਇਨੋਰਮਸ ਅਮਾਊਂਟ ਆਫ ਪੋਲਨਸ, ਕੀ ਹੈ, ਬਹੁਤ ਸਾਰੇ ਐਂਥਰਸ ਪ੍ਰੈਜ਼ੈਂਟ ਹੁੰਦੇ ਆ ਅਤੇ ਸਿਰਫ ਇੱਕ ਓਵਿਊਲ ਵਾਸਤੇ, ਓਵਿਊਲ ਬਹੁਤ ਥੋੜ੍ਹੇ ਹੁੰਦੇ ਆ, ਓਵਿਊਲ ਆਰ ਵੈਰੀ ਵੈਰੀ ਮਚ ਲੈਸ ਦੈਨ ਦ ਐਂਥਰਸ। ਠੀਕ ਹੈ। ਅਤੇ ਜੇ ਆਪਾਂ ਪੋਲਨ ਦੀ ਕਰੈਕਟਰਿਸਟਿਕ ਦੇਖੀਏ ਤਾਂ ਪੋਲਨ ਕੀ ਹੁੰਦਾ ਹੈਗਾ, ਲਾਈਟ ਹੁੰਦਾ ਹੈਗਾ ਅਤੇ ਨਾਨ ਸਟਿਕੀ ਹੁੰਦਾ ਹੈਗਾ। ਠੀਕ ਹੈ। ਇੱਥੇ ਇਹਨਾਂ ਨੇ ਐਂ ਨਹੀਂ ਲਿਖਿਆ ਕਿ ਸਟਿਗਮਾ ਨਾਨ ਸਟਿਕੀ ਹੁੰਦਾ ਹੈ, ਯਾਦ ਰੱਖਣਾ ਪੋਲਨ ਨਾਨ ਸਟਿਕੀ ਹੁੰਦਾ ਹੈਗਾ। ਓਕੇ, ਆਲਵੇਜ਼ ਰਿਮੈਂਬਰ ਸਟਿਗਮਾ ਸਟਿਕੀ ਹੋਣਾ ਜ਼ਰੂਰੀ ਹੁੰਦਾ ਹੈਗਾ ਪੋਲਨ ਨੂੰ ਆਪਦੇ ਨਾਲ ਚਿਪਕਾਉਣ ਦੇ ਲਈ, ਬਟ ਪੋਲਨ ਦਾ ਸਟਿਕੀ ਹੋਣਾ ਬਹੁਤ ਜ਼ਰੂਰੀ ਨਹੀਂ ਹੁੰਦਾ ਹੈਗਾ। they often possess well exposed stamens so that the pollens are easily dispersed into water currents। often ਕੀ ਆ ਜਿਹੜੇ ਫਲਾਵਰਸ ਹੁੰਦੇ ਆ ਉਹਨਾਂ ਦੇ ਸਟੇਮਨਸ ਵੈਲ ਐਕਸਪੋਜ਼ ਹੁੰਦੇ ਆ, ਮਤਲਬ ਆਹ ਫਲਾਵਰ ਆ ਮੰਨ ਲਓ ਤਾਂ ਬਹੁਤ ਲੰਬੇ ਲੰਬੇ ਸਟੇਮਨ ਹੋਣਗੇ ਬਾਹਰ ਤੱਕ ਜਿਹੜੇ ਦਿਖਣ। ਠੀਕ ਹੈ। ਤਾਂ ਕਰਕੇ ਵਿੰਡ ਈਜ਼ੀਲੀ ਇਹਨਾਂ ਨੂੰ ਟਕਰਾ ਕੇ ਪੋਲਨਸ ਨੂੰ ਕੀ ਆ ਲੈ ਕੇ ਜਾ ਸਕੇ। ਠੀਕ ਹੈ। ਤਾਂ ਆਹੀ ਲਿਖਿਆ ਹੋਇਆ ਸੋ ਦੈਟ ਦ ਪੋਲਨਸ ਆਰ ਈਜ਼ੀਲੀ ਡਿਸਪਰਸਡ ਇਨਟੂ ਵਿੰਡ ਕਰੰਟਸ। ਤਾਂ ਕਰਕੇ ਕੀ ਹੈ ਬਹੁਤ ਵਾਰ ਐਕਸਪੋਜ਼ਡ ਸਟੇਮਨਸ ਪ੍ਰੈਜ਼ੈਂਟ ਹੁੰਦੇ ਨੇ। ਐਂਡ ਲਾਰਜ ਓਪਨ ਫੈਦਰੀ ਸਟਿਗਮਾ ਟੂ ਈਜ਼ੀਲੀ ਟਰੈਪ ਏਅਰਬੋਰਨ ਪੋਲਨ ਗ੍ਰੇਨਸ। ਅਤੇ ਸਟਿਗਮਾ ਜਿਹੜੇ ਹੁੰਦੇ ਆ ਉਹ ਕਾਫੀ ਵੱਡੇ ਹੁੰਦੇ ਆ ਐਂਡ ਫੈਦਰੀ ਹੁੰਦੇ ਆ, ਫੈਦਰੀ ਸਟਿਗਮਾ ਹੁੰਦੇ ਆ। ਠੀਕ ਹੈ। ਮਤਲਬ ਕਾਫੀ ਫੈਦਰ ਲਾਈਕ ਕਾਫੀ ਸਾਰੇ ਪ੍ਰੈਜ਼ੈਂਟ ਹੁੰਦੇ ਆ ਅਤੇ ਈਜ਼ੀਲੀ ਤਾਂ ਫੈਦਰੀ ਕਿਉਂ ਆ, ਕਿਉਂਕਿ ਵਿੰਡ 'ਚ ਜੇ ਕੋਈ ਪੋਲਨ ਗ੍ਰੇਨ ਆ ਰਿਹਾ ਹੋਵੇ ਤਾਂ ਉਹਨੂੰ ਈਜ਼ੀਲੀ ਟਰੈਪ ਕਰ ਸਕਣ। ਠੀਕ ਹੈ। ਇਸ ਕਰਕੇ ਇਹਨਾਂ ਦੇ ਵੱਡੇ ਵੱਡੇ ਫੈਦਰੀ ਸਟਿਗਮਾ ਪ੍ਰੈਜ਼ੈਂਟ ਹੁੰਦੇ ਨੇ। ਠੀਕ ਹੈ। ਜਿਹੜਾ ਪੋਲਨ ਹੈ ਉਹ ਇਹਨਾਂ ਦੇ ਟਕਰਾ ਕੇ ਇਹਨਾਂ ਦੇ ਵਿੱਚ ਹੀ ਉਲਝ ਕੇ ਰਹਿ ਜੇ, ਅੱਗੇ ਵਿੰਡ ਦੇ ਨਾਲ ਨਾ ਜਾ ਸਕੇ। ਵਿੰਡ ਪੋਲੀਨੇਟਡ ਫਲਾਵਰਸ ਆਫਨ ਹੈਵ ਅ ਸਿੰਗਲ ਓਵਿਊਲ ਇਨ ਈਚ ਓਵਰੀ ਐਂਡ ਨਿਊਮਰਸ ਫਲਾਵਰਸ ਪੈਕਡ ਇਨਟੂ ਐਨ ਇਨਫਲੋਰੈਸੈਂਸ। ਠੀਕ ਹੈ। ਜਿਹੜੇ ਵਿੰਡ ਪੋਲੀਨੇਟਡ ਫਲਾਵਰਸ ਹੁੰਦੇ ਆ ਉਹਨਾਂ ਦੇ ਕੋਲ ਕੀ ਆ, ਸਿੰਗਲ ਓਵਿਊਲ ਹੁੰਦਾ ਇੱਕ ਓਵਰੀ ਦੇ ਵਿੱਚ। ਇੱਕੋ ਹੀ ਓਵਿਊਲ ਕਿਉਂ, ਕਾਫੀ ਓਵਿਊਲਸ ਪ੍ਰੋਡਿਊਸ ਕਰਨ ਦਾ ਕੋਈ ਫਾਇਦਾ ਵੀ ਨਹੀਂ, ਬੇਫਾਲਤੂ ਦੀ ਐਨਰਜੀ ਉਹ ਕਰੀ ਕਿਉਂਕਿ ਇਹਨਾਂ ਦਾ ਚਾਂਸ ਫੈਕਟਰ ਹੈ ਨਾ ਬਹੁਤ ਘੱਟ ਚਾਂਸਿਸ ਨੇ, ਹੈ ਨਾ। ਚਾਂਸ ਫੈਕਟਰ ਮਤਲਬ
ਸਿਰਫ ਬਸ ਚਾਂਸ ਹੀ ਹੈ ਵੀ ਹੋ ਵੀ ਸਕਦਾ ਹੋ ਵੀ ਨਹੀਂ ਸਕਦਾ, ਦਿਸ਼ਾਹੀਨ ਹੈ ਸਭ ਕੁਝ, ਕੁਝ ਵੀ ਰੈਗੂਲੇਟਡ ਨਹੀਂ ਹੈਗਾ, ਤਾਂ ਕਰਕੇ ਵੱਧ એનર્ਜੀ ਫੂਕਣ ਦਾ ਕੋਈ ਫਾਇਦਾ ਹੈ ਹੀ ਨਹੀਂ ਇਹਨਾਂ ਦੇ ਵਿੱਚ, ਹੈ ਨਾ। ਅਤੇ ਨਿਊਮੈਰਸ ਫਲਾਵਰਸ ਪੈਕਡ ਇਨਟੂ ਐਨ ਇਨਫਲੋਰੈਂਸਸ, ਕਾਫੀ ਸਾਰੇ ਫਲਾਵਰਸ ਜਿਹੜੇ ਆ ਉਹ ਇੱਕ ਇਨਫਲੋਰੈਸੈਂਸ ਦੇ ਵਿੱਚ ਪੈਕਡ ਹੁੰਦੇ ਆ। ਜੇ ਵੱਖਰੇ ਵੱਖਰੇ ਹੋਣਗੇ, ਮੰਨ ਲਓ ਇੱਕ ਫਲਾਵਰ ਇੱਥੇ ਆ, ਇੱਕ ਫਲਾਵਰ ਇੱਥੇ ਆ, ਇੱਕ ਫਲਾਵਰ ਇੱਥੇ ਆ, ਤਾਂ ਵਿੰਡ ਇੱਧਰ ਜਾ ਸਕਦੀ ਇੱਧਰ ਜਾ ਸਕਦੀ ਹੈ ਨਾ। ਤਾਂ ਵਿੰਡ ਜਾਊਗੀ ਤਾਂ ਕਾਫੀ ਸਾਰੇ ਪੋਲਨਸ ਆਪਦੇ ਨਾਲ ਇਕੱਠੇ ਲੈ ਕੇ ਜਾਊਗੀ ਨਾ, ਠੀਕ ਹੈ, ਕਾਫੀ ਸਾਰੇ ਪੋਲਨਸ ਪ੍ਰੈਜ਼ੈਂਟ ਹੋ ਸਕਦੇ ਆ, ਅਤੇ ਹੁਣ ਤਾਂ ਹੀ ਉਹ ਕਾਫੀ ਸਾਰੇ ਫਲਾਵਰਸ ਇਕੱਠੇ ਹੋਣਗੇ, ਠੀਕ ਹੈ, ਵੀ ਕਾਫੀ ਸਾਰੇ ਪੋਲਨਸ ਵੀ ਇਕੱਠੇ ਆ ਕੇ ਟਕਰਾ ਜਾਣਗੇ, ਟਰੈਪ ਕਰ ਜਾਣਗੇ ਅੱਗੇ, ਫਿਰ ਫਲਾਵਰਸ ਦੇ ਨਾਲ ਕੀ ਹੋ ਜਾਊਗੀ, ਪੋਲੀਨੇਸ਼ਨ ਹੋ ਜਾਊਗੀ, ਠੀਕ ਹੈ। ਅਤੇ ਇਹਦੇ ਨਾਲ ਕਾਫੀ ਫਲਾਵਰਸ ਨੂੰ ਇਕੱਠੇ ਪੈਕ ਕਰਨ ਦਾ ਇਹ ਵੀ ਰੀਜ਼ਨ ਹੋ ਸਕਦਾ ਕਿਉਂਕਿ ਵੀ ਫੈਦਰ ਸਟਿਗਮਾ ਤਾਂ ਕਰਕੇ ਉਹ ਵੀ ਟਰੈਪ ਕਰ ਸਕਣ, ਹੈ ਨਾ, ਟਰੈਪ ਕਰਨਾ ਪੋਲਨ ਗ੍ਰੇਨਸ ਨੂੰ। ਫੈਮੀਲੀਅਰ ਐਗਜ਼ਾਮਪਲ ਇਜ਼ ਦ ਕੋਰਨ ਕੌਪ, ਠੀਕ ਹੈ, ਇਹਦੇ ਵਿੱਚ ਇਹਦਾ ਫੈਮੀਲੀਅਰ ਐਗਜ਼ਾਮਪਲ ਬਹੁਤ ਕਾਮਨ ਐਗਜ਼ਾਮਪਲ ਹੈਗਾ ਗਾ ਕੋਰਨ ਕੌਪ। ਦ ਈਅਰਸ ਯੂ ਸੀ ਆਰ ਨਥਿੰਗ, ears you see are nothing. Oh my god, great. Wait a minute. So here's a correction. ਜਿਹੜਾ ਪਿਛਲਾ ਐਡੀਸ਼ਨ ਸੀ ਨਾ ਉੱਥੇ ਈਅਰਸ ਨਹੀਂ ਲਿਖਿਆ ਸੀ, ਉੱਥੇ ਲਿਖਿਆ ਸੀਗਾ ਟੈਸਲਸ, ਅਤੇ ਇੱਥੇ ਉਹਨਾਂ ਨੇ ਬਹੁਤ ਵੱਡੀ ਗਲਤੀ ਕਰੀ ਹੋਈ ਸੀ ਕਿਉਂਕਿ ਟੈਸਲਸ ਅਸਲ ਦੇ ਵਿੱਚ ਨਾ ਮੇਲ ਫਲਾਵਰ ਨੂੰ ਡਿਨੋਟ ਕਰਦਾ, ਠੀਕ ਹੈ, ਸਾਰੇ ਐਂਥਰਸ ਕਾਫੀ ਸਾਰੇ ਇਕੱਠੇ ਹੋਣ, ਠੀਕ ਹੈ, ਇੱਕੋ ਜਗ੍ਹਾ 'ਤੇ ਉਹਨੂੰ ਟੈਸਲਸ ਕਿਹਾ ਜਾਂਦਾ ਹੈ।